ਦਰਜੀ ਦੇ ਪੈਸੇ ਦੇਤੇ ਵੜਿੰਗ ਸਾਹਿਬ ਕਿ ਹਜੇ ਨਹੀਂ ਦਿੱਤੇ। ਐਡਾ ਵੱਡਾ ਗਿੱਦੜਬਾਹ ਯਾਰ, ਮੈਂ ਉੱਥੋਂ ਦੇ ਚੁਣਾਵ ਲੜਿਆ ਯਾਰ, ਉੱਥੇ ਦੇਣਦਾਰੀਆਂ ਵੀ ਹੋਣੀਆਂ ਮੇਰੀਆਂ, ਗੱਡੀਆਂ ਕਰਾਈਆਂ, ਕਿਰਾਏ ਸਿਸਟਮ ਕਰਾਇਆ। ਕੋਈ ਕਹਦੇ ਕਿ ਰਾਜਾ ਵੜਿੰਗ ਨਾਲ ਮੇਰੀ ਦੇਣਦਾਰੀ ਹੈ, ਕਿਉਂਕਿ ਹੁਣ ਸਮਾਂ ਚੱਲ ਰਿਹਾ ਹੈ, ਅੱਜ ਇਹ ਮੌਕਾ ਹੈ, ਹਰ ਇੱਕ ਨੂੰ ਕਹਿ ਦੇਣਾ ਚਾਹੀਦਾ ਜੇ ਕਿਸੇ ਦੀ ਦੇਣਦਾਰੀ ਹੋਰ ਵੀ ਹੈਗੀ ਹੈ ਤਾਂ। ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਵਾਲਾ ਹਿਸਾਬ ਆ ਤੁਹਾਡਾ ਵੀ ਹਰ ਵਾਰੀ ਕੋਈ ਨਾ ਕੋਈ ਕਲਿੱਪ ਸਾਹਮਣੇ ਆਉਂਦੀ ਆ। ਇੰਨੀ ਬਗਾਨੇ ਤਾਂ ਨਹੀਂ ਕਰ ਸਕਦੇ, ਰੋਲ ਤਾਂ ਆਪਦਿਆਂ ਦਾ ਵੀ ਕੋਈ ਨਾ ਕੁਛ ਇਹਦੇ 'ਚ ਹੈਗਾ ਤੁਹਾਡਾ। ਹਾਂਜੀ, ਮੈਨੂੰ ਕਹਿ ਦਿੰਦਾ ਕਿ ਬਾਈ ਜੀ ਉਹ ਪੁਰਾਣੇ ਪੈਸੇ ਆਪਣੇ, ਤੇ ਮੈਂ ਕਿਉਂ ਨਾ ਦਿੰਦਾ ਜਦੋਂ ਇੰਨੇ ਸਾਲ ਦੇ ਦਿੰਦਾ ਹੈ। ਉਹਨੇ 1 ਮਹੀਨਾ ਕੱਪੜੇ ਰੱਖ ਕੇ ਜਵਾਬ ਇਹ ਆਇਆ ਕਿ ਉਹਨੂੰ ਸਟਿਚ ਤਾਂ ਹੋਣਗੇ ਜੇ ਪੁਰਾਣਾ ਬਿੱਲ ਦਿਓਗੇ। ਮੈਂ ਆਪਣੇ ਆਪ ਚੋਂ ਬਾਹਰ ਹੋ ਗਿਆ, ਜਿਹੜਾ ਕਿ ਮੈਨੂੰ ਨਹੀਂ ਹੋਣਾ ਚਾਹੀਦਾ ਸੀ। ਕੱਪੜੇ ਮੈਂ ਕੋਈ ਅੱਜ ਦੇ ਤਾਂ ਸਵਾਉਂਦਾ ਨਹੀਂ, ਮੇਰੀ ਉਮਰ ਤਕਰੀਬਨ 42 ਸਾਲ ਦੀ ਹੋ ਗਈ, ਮੈਂ 42 ਸਾਲ ਦੇ ਕੱਪੜੇ ਸਵਾ ਰਿਹਾ ਹੁਣ। ਤੇ ਜੇ ਮੈਂ ਇਹਦੇ ਨਾਲ 20 ਸਾਲ ਦੇ ਮੇਰੇ ਸੰਬੰਧ ਹੈ ਤੇ 20 ਸਾਲ ਤੱਕ ਕੋਈ ਵੀ ਵਿਅਕਤੀ ਤੁਹਾਡੇ ਬਿੱਲ ਲਏ ਬਿਨਾਂ ਕੱਪੜੇ ਸਿਉਂਦਾ ਨਹੀਂ ਹੋਏਗਾ। 18,000 ਰੁਪਏ ਤੇ ਆ 9,000 ਰੁਪਏ, ਯਾਨੀ ਕਿ 27,000 ਮੈਂ ਉਹ ਮਾੜੀ ਸ਼ਬਦਾਵਲੀ ਵਰਤਣ ਤੋਂ ਬਾਅਦ ਪੈਸੇ ਫੇਰ ਭੇਜੇ। ਮੇਰਾ ਪੈਸੇ ਨਾ ਰੱਖਣ ਨਾਲ ਸੰਬੰਧ ਨਹੀਂ, ਮੈਨੂੰ ਇਹ ਲੱਗਿਆ ਕਿ ਬੰਦੇ ਨੇ ਮੇਰੀ ਇਨਸਲਟ ਕੀਤੀ। ਔਰ ਪੰਜਾਬੀ ਇੱਜ਼ਤ ਪਿੱਛੇ ਤਾਂ ਤੁਰੇ ਫਿਰਦੇ ਆ, ਇੱਜ਼ਤ ਪਿੱਛੇ ਤਾਂ ਮੇਰਾ ਬਾਦਲਾਂ ਨਾਲ ਰੌਲਾ ਹੈ। ਇਹ ਪੰਜਾਬੀਆਂ 'ਚ ਗੱਲ ਹੈਗੀ ਹੈ, ਪੰਜਾਬੀ ਜਦੋਂ ਆਪਦੀ ਇਨਸਲਟ ਫੀਲ ਕਰਦਾ ਹੈ ਉਦੋਂ ਕਿਤੇ ਨਾ ਕਿਤੇ ਉਹ ਫਿਰ ਆਪਣੇ ਆਪ 'ਚੋਂ ਬਾਹਰ ਹੋ ਜਾਂਦਾ। ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਯਾਰ। ਜੇ ਗੱਲ ਪੈਸੇ ਦੀ ਹੁੰਦੀ ਤਾਂ ਮੈਂ ਪੈਸੇ ਉਹਨੂੰ ਭੇਜਦਾ ਹੀ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਰੀਤ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਗਿੱਦੜਬਾਹਾ ਦੇ ਵਿੱਚ 19 ਚੋਂ 18 ਸੀਟਾਂ ਕਾਂਗਰਸ ਜਿੱਤ ਜਾਂਦੀ ਹੈ। ਪਰ ਸਾਡਾ ਪਹਿਲਾ ਸਵਾਲ ਰਾਜਾ ਵੜਿੰਗ ਨੂੰ ਇਹੀ ਹੋਊਗਾ, ਦਰਜੀ ਦੇ ਪੈਸੇ ਦੇਤੇ ਵੜਿੰਗ ਸਾਹਿਬ ਕਿ ਹਜੇ ਨਹੀਂ ਦਿੱਤੇ? ਪਹਿਲਾਂ ਤਾਂ ਸਿਵੀਆ ਸਾਹਿਬ ਮੈਂ ਮਾਫੀ ਮੰਗਦਾ ਕਿ ਜਿਹੜੀ ਇਹ ਕੰਟਰੋਵਰਸੀ ਚੱਲੀ ਔਰ ਇਹਦੇ ਪਿੱਛੇ ਮੈਨੂੰ ਆਪਣੇ ਚੋਂ ਬਾਹਰ ਹੋਣਾ ਪਿਆ। ਇਹ ਆਪਣੇ ਇੱਥੇ ਮੁਕਤਸਰ ਵਾਲੀ ਹੈ ਨਾ ਪ੍ਰਿੰਸ, ਕਿਉਂਕਿ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਸੀ TV ਪੰਜਾਬ ਲਈ ਪਹਿਲਾਂ ਜਦੋਂ ਅਸੀਂ ਕੰਮ ਕਰਦੇ ਹੁੰਦੇ ਸੀ। ਉਹ ਤਾਂ ਬ੍ਰਾਂਡ ਅੰਬੈਸਡਰ ਦੱਸਦੇ ਹੁੰਦੇ ਸੀ ਸਾਨੂੰ ਆਪਦਾ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਰਾਜਾ ਵੜਿੰਗ ਸਾਡੇ ਤੋਂ ਸਵਾਉਂਦੇ ਆ ਲੀੜੇ। ਐਡਾ ਰੌਲਾ ਪੈ ਗਿਆ ਹੁਣ। ਬਿਲਕੁਲ, ਕਈ ਵਾਰੀ ਤੁਹਾਡਾ ਆਪਦਿਆਂ ਨਾਲ ਰੌਲਾ ਪੈ ਜਾਂਦਾ ਹੈ। ਜਿਵੇਂ ਕਿ ਰੋਜ਼ਾਨਾ ਮੈਂ ਆਪਦੇ ਬੇਟੇ ਨਾਲ ਲੜਦਾ ਹੈ, ਰੋਜ਼ਾਨਾ ਕਿਸੇ ਗੱਲ 'ਤੇ ਕਿਸੇ ਮੁੱਦੇ 'ਤੇ ਲੈ ਕੇ ਇੱਕ ਦੂਜੇ ਦਾ ਮਤਭੇਦ ਹੋ ਜਾਂਦੇ ਹੈ ਕਿਸੇ ਗੱਲ ਨੂੰ ਲੈ ਕੇ ਪਰਿਵਾਰ ਦੇ ਵਿੱਚ। ਸੋ ਉਸੇ ਤਰ੍ਹਾਂ ਹੀ ਮੈਂ ਇਹਨੂੰ ਆਪਦਾ ਛੋਟਾ ਭਰਾ ਸਮਝਦਾ ਸੀ, ਕਿਉਂਕਿ ਕੱਲ੍ਹ ਪਰਸੋਂ ਵੀ ਇਹਨੇ ਆਪਦੀ ਇੰਟਰਵਿਊ 'ਚ ਕਿਹਾ ਕਿ ਇਹਨਾਂ ਨੇ 20 ਸਾਲ ਸਾਡੇ ਪੁਰਾਣੇ ਸੰਬੰਧ ਨੇ, ਜਦੋਂ ਛੋਟੀ ਜਿਹੀ ਦੁਕਾਨ ਹੁੰਦੀ ਸੀ, ਬਿਲਕੁਲ ਛੋਟੀ ਜਿਹੀ ਹਕੀਮਾਂ ਵਾਲੀ ਗਲੀ 'ਚ। ਜਿਸ ਬੰਦੇ ਨੂੰ ਇੱਥੋਂ ਤੱਕ ਪਹੁੰਚਾਇਆ ਹੋਵੇ, ਜਿਸ ਬੰਦੇ ਦੇ ਸਾਨੂੰ ਇਹ ਕਹਿੰਦਾ ਹੋਵੇ ਕਿ ਭਾਜੀ ਅਖਬਾਰਾਂ 'ਚ ਮੇਰਾ ਨਾਂ ਵੇਚਿਆ ਹੋਵੇ, ਵੀ ਖਬਰ ਲਵਾਈ ਹੋਵੇ ਰਾਜਾ ਵੜਿੰਗ, ਟ੍ਰਿਬਿਊਨ 'ਚ ਵੀ ਖਬਰ ਲੱਗੀ ਸੀ ਕਈ ਇੱਕ ਵਾਰੀ। ਸੋ ਹਮੇਸ਼ਾ ਕੱਪੜੇ ਵੀ ਸਵਾਉਂਦੇ ਸੀ, ਸਾਡੇ ਨਾਲ ਫੇਸਬੁੱਕ 'ਤੇ ਫੋਟੋਜ਼ ਵੀ ਪਾਉਂਦਾ ਸੀ। ਔਰ ਅੱਜ ਮੇਰਾ ਖਿਆਲ ਬਹੁਤ ਸਾਰੇ ਕਾਂਗਰਸੀ, ਵੱਡਾ ਬੰਦਾ ਬਣ ਗਿਆ ਨਾ, ਉਹ ਇਸ ਗੱਲ ਨਾਲ ਜੁੜੇ ਕਿ ਮੈਂ ਰਾਜੇ ਵੜਿੰਗ ਦੇ ਕੱਪੜੇ ਵੀ ਸਿਉਣਾ। ਚਲੋ, ਬੰਦੇ ਦਾ ਆਪਦਾ ਮੁਕੱਦਰ ਵੀ ਹੁੰਦਾ ਹੈ, ਬੰਦੇ ਦਾ ਆਪਦਾ ਹੁਨਰ ਵੀ ਹੁੰਦਾ ਹੈ, ਉਹ ਵੀ ਉਹਦੇ 'ਚ ਹੁਨਰ ਸੀਗਾ। ਲੇਕਿਨ ਜਿਸ ਨੂੰ ਛੋਟੀ ਜਿਹੀ ਦੁਕਾਨ ਤੋਂ ਇੱਥੋਂ ਤੱਕ ਲੈ ਕੇ ਪਹੁੰਚੇ ਹੋਈਏ, ਉਹਨੂੰ ਲੜਨ ਦਾ ਜੀ ਨਹੀਂ ਕਰਦਾ, ਉਹਨੂੰ ਗਾਲਾਂ ਕੱਢਣ ਨੂੰ ਦਿਲ ਨਹੀਂ ਕਰਦਾ ਕਦੇ ਵੀ। ਹਾਲਾਤ ਐਸੇ ਬਣ ਜਾਂਦੇ ਹੈ। ਔਰ ਮੈਂ ਦੁਬਾਰਾ ਫਿਰ ਆਪਦੇ, ਕਿਉਂਕਿ ਮੈਨੂੰ ਚਾਹੁਣ ਵਾਲੇ ਬਹੁਤ ਹੈ, ਜਿਨ੍ਹਾਂ ਦੇ ਚਾਹੁਣ ਵਾਲਿਆਂ ਕਰਕੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ, ਜਿਨ੍ਹਾਂ ਚਾਹੁਣ ਵਾਲਿਆਂ ਕਰਕੇ ਮੈਂ ਬਾਦਲ ਪਰਿਵਾਰ ਨਾਲ ਟੱਕਰ ਲੈਣਾ, ਜਿਨ੍ਹਾਂ ਚਾਹੁਣ ਵਾਲਿਆਂ ਕਰਕੇ ਮੈਂ 2 ਵਾਰੀ ਪੰਜਾਬ ਦਾ MLA ਬਣਿਆ ਔਰ ਤੀਜੀ ਵਾਰੀ ਮੈਂ ਪੰਜਾਬ ਦੇ ਸਭ ਤੋਂ ਅਮੀਰ ਬੰਦੇ ਨਾਲ, ਸਭ ਤੋਂ ਧਨਾਟ ਤਾਕਤਵਰ ਆਪਦੀ ਵਿਅਕਤੀ ਸਮਝਣ ਵਾਲੇ ਬੰਦੇ ਨਾਲ ਚੁਣਾਵ ਲੜਿਆ, ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਨਾਲ, ਅਤੇ ਮੈਂ ਕੇਵਲ 20,000 ਦੇ ਫਰਕ ਨਾਲ ਰਹਿ ਗਿਆ। ਉਹਨਾਂ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁੱਖ ਪਹੁੰਚਿਆ ਹੋਣਾ ਹੈ ਮੇਰੀ ਇਹ ਸ਼ਬਦਾਵਲੀ ਸੁਣ ਕੇ। ਮੈਂ ਉਹਨਾਂ ਤੋਂ ਮਾਫੀ ਮੰਗਦਾ ਔਰ ਕਿਹੋ ਜਿਹੇ ਸਰਕਮਟਾਂਸਿਸ ਸੀਗੇ ਉਹ ਵੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ। ਹਾਲਾਤ ਇਹ ਸਨ ਕਿ ਮੈਂ ਕੱਪੜੇ ਭੇਜੇ, ਕੱਪੜੇ ਮੈਂ ਕੋਈ ਅੱਜ ਦੇ ਤਾਂ ਸਵਾਉਂਦਾ ਨਹੀਂ, ਮੇਰੀ ਉਮਰ ਤਕਰੀਬਨ 42 ਸਾਲ ਦੀ ਹੋ ਗਈ, ਮੈਂ 42 ਸਾਲ ਦੇ ਕੱਪੜੇ ਸਵਾ ਰਿਹਾ ਹੋਣਾ।
ਔਰ ਮੈਨੂੰ ਅੱਜ 9.5 ਸਾਲ ਹੋ ਗਏ MLA ਬਣਿਆ ਨੂੰ, ਆਲ ਇੰਡੀਆ ਦਾ ਪ੍ਰਧਾਨ ਵੀ ਰਿਹਾ। ਇਹ ਕੋਈ ਸਾਲ 1.5 ਸਾਲ ਦੇ ਕੱਪੜਿਆਂ ਜਦੋਂ ਮੈਂ ਸਵਾਉਂਦਾ ਹੋਣਾ ਪੈਸੇ, ਉਦੋਂ ਹਮੇਸ਼ਾ ਦਿੰਦਾ ਹੋਣਾ। ਤੇ ਜੇ ਮੈਂ ਇਹਦੇ ਨਾਲ 20 ਸਾਲ ਦੇ ਮੇਰੇ ਸੰਬੰਧ ਹੈ ਤੇ 20 ਸਾਲ ਤੱਕ ਕੋਈ ਵੀ ਵਿਅਕਤੀ ਤੁਹਾਡੇ ਬਿੱਲ ਲਏ ਬਿਨਾਂ ਕੱਪੜੇ ਸਿਉਂਦਾ ਨਹੀਂ ਹੋਏਗਾ। ਸੋ ਮੈਂ ਕੱਪੜੇ ਜਦੋਂ ਪੁੱਛਿਆ, ਮੈਂ ਦੇ ਕੇ ਆਇਆ ਸੀ ਕੱਪੜੇ, ਉਹਦੇ ਵਿੱਚੋਂ ਇੱਕ ਕੁੜਤਾ ਪਜਾਮਾ ਇਹਨਾਂ ਨੇ ਮੈਨੂੰ ਭੇਜਤਾ ਸੀ ਜਿਹੜਾ ਪਠਾਨੀ ਸੂਟ ਸੀਗਾ, ਉਹ ਥੋੜ੍ਹਾ ਉੱਚਾ ਅਤੇ ਟਾਈਟ ਸੀਗਾ। ਮੈਂ ਦੁਬਾਰੇ ਦੁਕਾਨ 'ਤੇ ਗਿਆ ਔਰ ਕਹਿ ਕੇ ਆਇਆ ਕਿ ਇਹ ਥੋੜ੍ਹਾ ਟਾਈਟ ਹੈ ਅਤੇ ਇਹ ਲੰਬਾ ਵੀ ਕਰਨ ਵਾਲਾ ਹੈ। ਚਲੋ ਜੀ, ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਕਰ ਦਿਆਂਗੇ। ਅਤੇ ਜਦੋਂ ਕਿਹਾ, ਮੈਂ ਮਹੀਨੇ ਕੁ ਬਾਅਦ ਮੈਨੂੰ ਯਾਦ ਆਇਆ ਕਿ ਆਪਾਂ ਯਾਰ ਕੁਛ ਕੱਪੜੇ ਦਿੱਤੇ ਹੋਏ ਸੀਗੇ, ਉਹ ਪੁੱਛੋ ਕੀ ਹੋਇਆ ਉਹਨਾਂ ਦਾ। ਮੈਂ ਆਪਦੇ PA ਨੂੰ ਪੁੱਛਿਆ ਅਤੇ PA ਨੇ ਮੈਨੂੰ ਕਿਹਾ ਕਿ ਜੀ ਉਹਨਾਂ ਦਾ ਗੱਲ ਹੋਈ ਸੀ, ਉਹ ਕਹਿੰਦੇ ਕਿ ਪਹਿਲਾਂ ਪੁਰਾਣਾ ਬਿੱਲ ਦਿਓ। ਮੈਨੂੰ ਆਪਦੀ ਹੱਦ ਤੱਕ ਮਹਿਸੂਸ ਹੋਈ ਕਿ ਅੱਜ ਮੈਂ ਪੰਜਾਬ ਦਾ ਕੋਈ ਬੰਦਾ ਅੱਜ ਖੜਾ ਹੋ ਕੇ ਕਹਦੇ ਕਿ ਰਾਜੇ ਵੜਿੰਗ ਨੇ ਮੇਰਾ 100 ਰੁਪਇਆ ਦੇਣਾ ਹੈ। ਐਡਾ ਵੱਡਾ ਗਿੱਦੜਬਾਹ ਯਾਰ, ਮੈਂ ਉੱਥੋਂ ਦੇ ਚੁਣਾਵ ਲੜਿਆ ਯਾਰ, ਉੱਥੇ ਦੇਣਦਾਰੀਆਂ ਵੀ ਹੋਣੀਆਂ ਮੇਰੀਆਂ, ਗੱਡੀਆਂ ਕਰਾਈਆਂ, ਕਿਰਾਏ ਸਿਸਟਮ ਕਰਾਇਆ, ਬਹੁਤ ਝੰਡੇ ਲਏ, ਬੈਨਰ ਲਏ, ਪੋਸਟਰ ਲਏ। ਸੋ ਚੁਣਾਵ 'ਚ ਬੜਾ ਖਰਚਾ ਹੁੰਦਾ। ਕੋਈ ਵਿਅਕਤੀ ਮੈਂ ਘਰ ਪਾਇਆ ਕੋਈ ਕਹਦੇ ਕਿ ਰਾਜੇ ਵੜਿੰਗ ਨਾਲ ਮੇਰੀ ਦੇਣਦਾਰੀ ਹੈ, ਕਿਉਂਕਿ ਹੁਣ ਸਮਾਂ ਚੱਲ ਰਿਹਾ ਹੈ, ਅੱਜ ਇਹ ਮੌਕਾ ਹੈ, ਹਰ ਇੱਕ ਨੂੰ ਕਹਿ ਦੇਣਾ ਚਾਹੀਦਾ ਜੇ ਕਿਸੇ ਦੀ ਦੇਣਦਾਰੀ ਹੋਰ ਵੀ ਹੈਗੀ ਹੈ ਤਾਂ। ਪਰ ਉਹਨਾਂ ਨੇ ਮੈਨੂੰ ਜਦੋਂ ਕਿਹਾ ਕਿ ਉਹ ਕੱਪੜੇ ਰੱਖੀ ਬੈਠਾ, ਉਹ ਕਹਿੰਦਾ ਕਿ ਇੱਦਾਂ ਮੈਨੂੰ ਆਪਦੇ ਆਪ ਨੂੰ ਇਹ ਲੱਗਿਆ ਕਿ ਯਾਰ ਕਮਾਲ ਹੋ ਗਈ ਕਿ ਬੰਦੇ ਨੇ ਤੁਹਾਡੇ ਤੇ ਇੰਨੇ ਸਾਲਾਂ ਦਾ 27,000 ਰੁਪਏ ਦਾ ਅਤਬਾਰ ਨਹੀਂ। ਔਰ ਨਾ ਹੀ ਮੈਂ ਆਪਦੀ ਉਸ ਰਿਕਾਰਡਿੰਗ ਦੇ ਵਿੱਚ ਸੁਣਿਆ, ਨਾ ਹੀ ਮੈਨੂੰ ਉਹਨੇ ਕਦੇ ਜ਼ਿਕਰ ਕੀਤਾ ਕਿ ਤੁਸੀਂ ਮੇਰੇ ਪੈਸੇ ਦੇਣੇ ਉਹ ਦਿਓ। ਮੈਨੂੰ ਕਹਿ ਦਿੰਦਾ ਕਿ ਬਾਈ ਜੀ ਉਹ ਪੁਰਾਣੇ ਪੈਸੇ ਆਪਣੇ, ਤੇ ਮੈਂ ਕਿਉਂ ਨਾ ਦਿੰਦਾ ਜਦੋਂ ਇੰਨੇ ਸਾਲ ਦੇ ਦਿੰਦਾ ਹੈ। ਉਹਨੇ 1 ਮਹੀਨਾ ਕੱਪੜੇ ਰੱਖ ਕੇ ਜਵਾਬ ਇਹ ਆਇਆ ਕਿ ਉਹਨੂੰ ਸਟਿਚ ਤਾਂ ਹੋਣਗੇ ਜੇ ਪੁਰਾਣਾ ਬਿੱਲ ਦਿਓਗੇ। ਮੈਂ ਆਪਣੇ ਆਪ ਚੋਂ ਬਾਹਰ ਹੋ ਗਿਆ, ਜਿਹੜਾ ਕਿ ਮੈਨੂੰ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਮੇਰੇ ਜਿਹੜੇ ਸ਼ੁਭ ਚਿੰਤਕ ਆ ਉਹ ਮੇਰੇ ਤੋਂ ਇਹ ਗੱਲ ਉਮੀਦ ਨਹੀਂ ਕਰਦੇ। ਪਰਮਾਤਮਾ ਕਿਰਪਾ ਕਰੇ, ਗੁਰੂ ਮਹਾਰਾਜ, ਅੱਗੇ ਤੋਂ ਖਿਆਲ ਰੱਖਾਂਗੇ। ਪਰ ਆਪਣੇ ਆਪ ਤੋਂ ਬਾਹਰ ਹੋਣ ਦੇ ਬਾਵਜੂਦ ਆ ਮੇਰੇ ਕੋਲ ਬਿੱਲ ਹੈ, ਇਹ ਮੈਂ ਪਹਿਲਾਂ ਵੀ ਵਿਖਾਇਆ, 7/1/2021 ਦਾ ਬਿੱਲ ਹੈ। 7/1/2021 ਦਾ ਬਿੱਲ ਹੈ, ਪੇਡ 18,000 ਪੇਡ ਅਤੇ ਆ 9,000 ਪੇਡ ਦਾ, ਯਾਨੀ ਕਿ 27,000 ਮੈਂ ਉਹ ਮਾੜੀ ਸ਼ਬਦਾਵਲੀ ਵਰਤਣ ਤੋਂ ਬਾਅਦ ਪੈਸੇ ਫਿਰ ਭੇਜੇ। ਮੇਰਾ ਪੈਸੇ ਨਾ ਰੱਖਣ ਨਾਲ ਸੰਬੰਧ ਨਹੀਂ, ਮੈਨੂੰ ਇਹ ਲੱਗਿਆ ਕਿ ਬੰਦੇ ਨੇ ਮੇਰੀ ਇਨਸਲਟ ਕੀਤੀ ਹੈ ਯਾਰ। ਔਰ ਪੰਜਾਬੀ ਇੱਜ਼ਤ ਪਿੱਛੇ ਤਾਂ ਤੁਰੇ ਫਿਰਦੇ ਹੈ, ਇੱਜ਼ਤ ਪਿੱਛੇ ਤਾਂ ਮੇਰਾ ਬਾਦਲਾਂ ਨਾਲ ਰੌਲਾ ਹੈ। ਸੁਖਬੀਰ ਬਾਦਲ ਤੋਂ ਸਾਰੀ ਦੁਨੀਆ ਡਰਦੀ ਹੈ, ਡਾਇਰੀ ਤੋਂ ਉਹਦੀ ਵੇਖ ਕੇ ਵੱਡੇ ਵੱਡੇ ਅਫਸਰ ਕੰਬਣ ਲੱਗ ਪੈਂਦੇ ਹੈ। ਸੁਖਬੀਰ ਬਾਦਲ ਦੀ ਧਾੜ ਸੁਣ ਕੇ ਲੋਕ ਹਿੱਲ ਜਾਂਦੇ ਹੈ। ਮੈਂ ਕਿਹੜਾ ਸ਼ੇਰ ਆ ਗਿਆ ਯਾਰ, ਮੈਨੂੰ ਪਤਾ ਹੈ ਕਿ ਮੇਰਾ ਤਾਂ ਹਜੇ ਬੱਚਾ ਵੀ, ਮੇਰਾ ਬੇਟਾ ਵੀ ਸਿਵਿਆ ਸਾਹਿਬ 11 ਸਾਲ ਦਾ ਹੈ, ਉਹਨਾਂ ਦਾ ਤਾਂ ਬਹੁਤ ਵੱਡਾ ਪਰਿਵਾਰ ਹੈ। ਮੈਨੂੰ ਕਿਹੜਾ, ਮੇਰੇ ਮਗਰ ਸਾਰੇ ਪੰਜਾਬ ਦੇ ਅਕਾਲੀ ਦਲ ਲਗਾ ਦਿੱਤਾ ਗਿਆ, ਮੇਰੇ ਮਗਰ ਸਾਰੇ ਪੰਜਾਬ ਦਾ ਅਕਾਲੀ ਦਲ ਦਾ 5,000 ਸੋਸ਼ਲ ਮੀਡੀਆ ਦਾ ਪੇਡ ਵਰਕਰ ਲਗਾ ਦਿੱਤਾ ਗਿਆ ਮੇਰੀ ਇਮੇਜ ਨੂੰ ਢਾਹ ਲਾਉਣ ਵਾਸਤੇ। ਮੈਂ ਉਹਦੇ ਨਾਲ ਸਿੱਧਾ ਕਿਉਂ ਲੈਣਾ? ਮੈਂ ਕਿਉਂ ਆਖਿਆ ਕਿ ਡਾਇਰੀ ਕੱਢ ਤੇਰੀ ਲਿਖ ਮੇਰਾ ਨਾਮ? ਮੈਂ ਪ੍ਰਪੇਅਰ ਹੈ ਕਿ ਸੁਖਬੀਰ ਸਿੰਘ ਬਾਦਲ ਕਦੇ ਜ਼ਿੰਦਗੀ 'ਚ ਅਗਰ ਤਾਕਤ 'ਚ ਆਇਆ, ਉਹ ਰਾਜੇ ਵੜਿੰਗ ਨੂੰ ਨਹੀਂ ਛੱਡੇਗਾ, ਕਿਉਂਕਿ ਉਹਦੀ ਅੱਖ 'ਚ ਹੁਣ ਮੈਂ ਹੀ ਰੜਕ ਰਿਹਾ। ਉਹਨੂੰ ਇਹ ਲੱਗ ਰਿਹਾ ਕਿ ਸਾਡੇ ਜ਼ਿਲ੍ਹੇ 'ਚ ਸਾਡੇ ਨਾਲ ਲੜਾਈ ਲੜਨ ਵਾਲਾ ਇਹੀ ਇਕੱਲਾ ਬਾਕੀ ਹੈ। ਸੋ ਇਹਨੂੰ ਕਿਵੇਂ ਨਾ ਕਿਵੇਂ, ਔਰ ਉਹਨਾਂ ਨੇ ਜਿਹੜਾ ਬਾਦਲ ਪਰਿਵਾਰ ਦੇ ਅੱਗੇ ਆਇਆ, ਚਾਹੇ ਉਹ ਖੁੱਡੀਆਂ ਸਾਹਿਬ ਆਏ, ਚਾਹੇ ਵੰਡਾਲਾ ਸਾਹਿਬ ਆਏ, ਚਾਹੇ ਤਲਵੰਡੀ ਆਏ, ਚਾਹੇ ਟੌੜਾ ਆਏ, ਚਾਹੇ ਕੈਪਟਨ ਕਵਲਜੀਤ ਸਿੰਘ ਵਰਗੇ ਕਾਬਲ ਵਿਅਕਤੀ ਸੀਗੇ, ਉਹਨਾਂ ਦਾ ਮਿਟਾ ਹੀ ਦਿੱਤਾ ਗਿਆ, ਨਾਮੋ ਨਿਸ਼ਾਨ ਮਿਟਾਤਾ ਅੱਜ ਕੈਪਟਨ ਕਵਲਜੀਤ ਸਿੰਘ ਦਾ। ਸੋ ਮੈਂ ਇਹ ਪੰਜਾਬੀਆਂ 'ਚ ਗੱਲ ਹੈਗੀ ਹੈ, ਪੰਜਾਬੀ ਜਦੋਂ ਆਪਦੀ ਇਨਸਲਟ ਫੀਲ ਕਰਦਾ ਹੈ, ਉਦੋਂ ਕਿਤੇ ਨਾ ਕਿਤੇ ਉਹ ਫਿਰ ਆਪਣੇ ਆਪ 'ਚੋਂ ਬਾਹਰ ਹੋ ਜਾਂਦਾ। ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਯਾਰ। ਜੇ ਗੱਲ ਪੈਸੇ ਦੀ ਹੁੰਦੀ ਤਾਂ ਮੈਂ ਪੈਸੇ ਉਹਨੂੰ ਭੇਜਦਾ ਹੀ ਨਾ। ਪਰ ਵੜਿੰਗ ਸਾਹਿਬ, ਚਲੋ ਮੈਂ ਇਹ ਵੀ ਤੁਹਾਡੀ ਗੱਲ ਮੰਨ ਲੈਣਾ ਵੀ ਯਾਰ ਬੰਦੇ ਤੋਂ ਹੋ ਜਾਂਦਾ, ਜਾਂ ਮਤਲਬ ਵੀ ਠੀਕ ਆ, ਦਿਲ 'ਤੇ ਲੱਗ ਗਈ ਗੱਲ, ਇਹ ਹੋ ਗਿਆ। ਪਰ ਨਾ ਹਰ ਇਲੈਕਸ਼ਨ ਦੇ ਵਿੱਚ ਕੁਛ ਨਾ ਕੁਛ ਤੁਹਾਡੀ, ਮੈਂ ਤਾਂ ਆਪਣੀ ਪਿਛਲੀ ਇੰਟਰਵਿਊ 'ਚ ਵੀ ਸ਼ਾਇਦ ਮੈਂ ਉਹਨੂੰ ਓਪਨਿੰਗ ਵੀ ਐਂ ਕੀਤਾ ਸੀ ਵੀ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਵਾਲਾ ਹਿਸਾਬ ਆ ਤੁਹਾਡਾ, ਵੀ ਹਰ ਵਾਰੀ ਕੋਈ ਨਾ ਕੋਈ ਕਲਿੱਪ ਸਾਹਮਣੇ ਆਉਂਦੀ ਆ। ਇੰਨੀ ਬਗਾਨੇ ਤਾਂ ਨਹੀਂ ਕਰ ਸਕਦੇ, ਰੋਲ ਤਾਂ ਆਪਦਿਆਂ ਦਾ ਵੀ ਕੋਈ ਨਾ ਕੁਛ ਇਹਦੇ 'ਚ ਹੈਗਾ ਤੁਹਾਡਾ। ਹਾਂਜੀ, ਆਪਦਿਆਂ ਨੂੰ ਵੀ ਲੱਗਦਾ ਕਿ ਕਈਆਂ ਨੂੰ ਵੀ ਜ਼ਿਆਦਾ ਸਪੀਡ ਹੈ, ਰੋਕੋ, ਕਿਉਂਕਿ ਪੋਲੀਟਿਕਸ ਹੈ ਜੀ। ਪੋਲੀਟਿਕਸ ਦੇ ਵਿੱਚ, ਸਿਆਸਤ ਦੇ ਵਿੱਚ ਬੜੀਆਂ ਗੁੰਝਲਦਾਰੀਆਂ ਹੈ। ਅਗਲਾ ਕਹਿੰਦਾ ਕਿ ਨਹੀਂ, ਇਹਨੂੰ ਰੋਕੋ, ਇਹਦੀ ਸਪੀਡ ਰੋਕੋ। ਪਰ ਮੈਂ ਬੇਧਿਆਨੇ ਹੋ ਕੇ ਆਪਦਾ ਕੰਮ ਕਰ ਰਿਹਾ ਹਾਂ।
ਮੈਨੂੰ ਕੀ ਲੋੜ ਪਈ ਸੀ ਬਾਦਲਾਂ ਨਾਲ ਜਾ ਕੇ ਚੁਣਾਵ ਲੜਨ ਦੀ? ਉੱਥੇ ਮੇਰੀ ਗਿੱਦੜਬਾਹਾ ਕੌਂਸਟੀਟਿਊਂਸੀ ਵੀ ਵਿੱਚ ਹੈ ਨਹੀਂ ਸੀ, ਬਟ ਇਸ ਦੇ ਬਾਵਜੂਦ ਵੀ ਰਾਜਾ ਵੜਿੰਗ ਡਟ ਕੇ ਲੜਾਈ ਲੜੀ ਹੈ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਨਹੀਂ, ਅਕਾਲੀ ਦਲ ਵਾਲਿਆਂ ਨੂੰ ਔਰ ਮੇਰੇ ਵਿਰੋਧੀਆਂ ਨੂੰ, ਜਿਹੜੇ ਮੈਨੂੰ ਪਿਆਰ ਨਹੀਂ ਕਰਦੇ, ਉਹਨਾਂ ਨੂੰ ਡਰ ਤਾਂ ਹੈਗਾ। ਤਾਂ ਹੀ ਮੇਰੀ ਹਰ ਚੀਜ਼ ਕਲਿੱਪ ਬਣਦੀ ਹੈ। ਛੋਟੀ ਜੀ ਨਿਊਜ਼ ਨੂੰ, ਛੋਟੀ ਜੀ ਗੱਲ ਨੂੰ ਚੱਕ ਲਿਆ ਜਾਂਦਾ, ਰਾਜਾ ਵੜਿੰਗ ਨੇ ਆਹ ਕਿਹਾ, ਰਾਜਾ ਵੜਿੰਗ ਨੇ ਆਹ ਕਿਹਾ। ਔਰ ਪਿਛਲੀ ਫੇਕ ਗੱਲਾਂ ਵੀ ਬਹੁਤ ਚਲਾ ਦਿੰਦੇ ਆ ਜੀ। ਪਿਛਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਕਿਹਾ ਕਿ ਰਾਜਾ ਵੜਿੰਗ ਗੱਲ ਕਰ ਰਿਹਾ ਕਿ ਦਾਰੂ ਦਾ ਟਰੱਕ, ਦੈਟ ਇਜ਼ ਅ ਟੋਟਲੀ ਫੇਕ। ਮੈਨੂੰ ਪਤਾ ਹੀ ਨਹੀਂ ਕਿਹਨੇ ਉਹ ਵੀਡੀਓ ਬਣਾਈ, ਕਿਹਨੇ ਵੀਡੀਓ ਨਹੀਂ, ਆਡੀਓ। ਸੋ ਇੱਦਾਂ ਬਣਦੀਆਂ ਰਹਿੰਦੀਆਂ ਜੀ, ਪਰ ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਪਰਵਾਹ ਇੱਕ ਹੀ ਗੱਲ ਦੀ ਹੈ ਕਿ ਮੈਨੂੰ ਚਾਹੁਣ ਵਾਲੇ ਦੇ ਮਨ ਨੂੰ ਠੇਸ ਜਦੋਂ ਪਹੁੰਚਦੀ ਹੈ, ਮੈਂ ਕੇਵਲ ਉਹਨਾਂ ਦੀ ਪਰਵਾਹ ਕਰਦਾ। ਅਦਰਵਾਈਜ਼ ਮੇਰੀਆਂ ਵੀਡੀਓਜ਼, ਕਲਿੱਪਸ, ਮੇਰੇ ਬਾਰੇ ਕੂੜ ਪ੍ਰਚਾਰ ਜਿੰਨਾ ਮਰਜ਼ੀ ਕਰ ਲੈਣ, ਮੈਨੂੰ ਉਹਨਾਂ ਮਾਵਾਂ ਦੀ ਪਰਵਾਹ ਹੈ ਜਿਹੜੀਆਂ ਮੈਨੂੰ ਆਸ਼ੀਰਵਾਦ ਦਿੰਦੀਆਂ। ਮੈਨੂੰ ਉਹਨਾਂ ਭਰਾਵਾਂ ਦੀ ਪਰਵਾਹ ਹੈ ਜਿਹੜੇ ਮੈਨੂੰ ਭਰਾ ਬਣਾਉਂਦੇ ਹੈ। ਉਹਨਾਂ ਤੋਂ ਕਈ ਵਾਰੀ ਇਹੋ ਜਿਹੀ ਗੱਲ ਨਾਲ ਉਹਨਾਂ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਮੈਂ ਅੱਜ ਮਾਫੀ ਮੰਗੀ ਹੈ ਆਪਦੇ ਚਾਹੁਣ ਵਾਲਿਆਂ ਤੋਂ। ਇੱਕ ਵੜਿੰਗ ਸਾਹਿਬ, ਗਿੱਦੜਬਾਹਾ 19 ਚੋਂ 18, ਹਾਲਾਂਕਿ ਲੋਕਲ ਬਾਡੀ ਦੀਆਂ ਇਲਜ਼ਾਮ ਤੁਹਾਡੇ ਤੇ ਵੀ ਲੱਗਿਆ ਵੀ ਧੱਕਾ ਕਰਿਆ ਤੁਸੀਂ। ਤਾਂ ਹੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਹਰ ਇੱਕ ਥਾਂ ਤੇ ਥੋੜ੍ਹੀ ਆਪ ਜਾਂਦੇ ਆ, ਉੱਥੇ ਆ ਕੇ ਅਗਲੇ ਕਹਿ ਕੇ ਗਏ ਆ ਵੀ ਧੱਕਾ ਕਰਿਆ ਤੁਸੀਂ ਪੂਰਾ। ਪਰ 19 ਚੋਂ 18 ਨੂੰ ਕਿਵੇਂ ਦੇਖਦੇ? ਮੈਂ ਕਿਸੇ ਕਿਸਮ ਦਾ ਧੱਕਾ ਨਹੀਂ ਕੀਤਾ। ਲਾਸਟ ਟਾਈਮ ਇੱਥੇ ਐਸਐਸਪੀ ਕੁਲਦੀਪ ਚਹਿਲ ਸੀ, ਸੁਖਬੀਰ ਬਾਦਲ ਦੀ ਸਰਕਾਰ ਸੀ। ਗਿੱਦੜਬਾਹਾ ਦੀ ਜਨਤਾ ਜਾਣਦੀ ਹੈ ਕਿ ਧੱਕਾ ਕੀ ਹੁੰਦਾ ਹੈ, ਕਿੱਦਾਂ ਲੇਡੀਜ਼ ਕੁੱਟੀਆਂ ਗਈਆਂ, ਕਿੱਦਾਂ ਬੂਥ ਕੈਪਚਰਿੰਗ ਹੋਏ, ਕਿੱਦਾਂ ਸਾਡੇ ਬੰਦਿਆਂ ਨੂੰ ਭਜਾਇਆ ਗਿਆ। ਮੰਨ ਲੈਂਦੇ ਹਾਂ ਗਿੱਦੜਬਾਹਾ 'ਚ ਧੱਕਾ ਹੋਇਆ। ਹਾਲਾਂਕਿ ਹੋਰ ਪਾਰਟੀਆਂ, ਭਾਜਪਾ, ਆਮ ਆਦਮੀ ਪਾਰਟੀ ਔਰ ਆਜ਼ਾਦ ਉਮੀਦਵਾਰ, ਹਰ ਸੀਟ ਤੇ 3-3, 4-4 ਉਮੀਦਵਾਰ ਸਨ। ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਤਾਂ ਇਲੈਕਸ਼ਨ ਹੁੰਦਾ। ਫਿਰ ਅਕਾਲੀ ਦਲ ਨੇ ਵੀ ਆਪਦੀ ਵਾਹ ਲਾਤੀ। ਉਹਨਾਂ ਨੇ ਰੈਲੀ ਕਰਨ ਦੀ ਬਜਾਏ ਰੋਸ ਰੈਲੀਆਂ ਰੱਖੀਆਂ, ਰੋਸ ਨੁੱਕੜ ਮੀਟਿੰਗਾਂ ਰੱਖੀਆਂ, ਜਿਨ੍ਹਾਂ 'ਚ ਜਾ ਕੇ ਉਹਨਾਂ ਨੇ ਪੂਰਾ ਦੱਸਿਆ ਲੋਕਾਂ ਨੂੰ ਵੀ ਸੋਚ ਸਮਝ ਕੇ ਵੋਟ ਪਾਉਣੀ ਹੈ। ਆਪ ਭੱਜ ਕੇ ਮੈਦਾਨ ਛੱਡ ਗਏ ਔਰ ਫਿਰ ਵੀ ਨਤੀਜਾ ਹੋਇਆ ਕਿ ਇੱਕ ਆਜ਼ਾਦ ਜਿੱਤ ਪਾਇਆ 57 ਵੋਟਾਂ ਦੇ ਨਾਲ। ਫਿਰ ਇਲੈਕਸ਼ਨ ਹੋਇਆ, ਆਜ਼ਾਦ ਜਿੱਤਿਆ। ਦੂਜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਮੁਕਾਬਲੇ ਸਨ, ਕਿਤੇ ਆਜ਼ਾਦ ਮੁਕਾਬਲੇ ਸੀ, ਕਿਤੇ ਭਾਜਪਾ ਦਾ ਸਾਥੀ, ਤੇ 18 ਅਸੀਂ ਸੀਟਾਂ ਉਹਨੀਆਂ ਜਿੱਤੇ। ਔਰ ਇਸ ਵਾਰੀ ਤਾਂ ਧੱਕਾ ਹੋਇਆ। ਪਿਛਲੀ ਵਾਰੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਇੰਨੇ ਧੱਕੇ ਦੇ ਬਾਵਜੂਦ ਰਾਜਾ ਵੜਿੰਗ ਇਲੈਕਸ਼ਨ ਲੜਿਆ ਤੇ ਮੈਂ ਸੀਟਾਂ ਵੱਧ ਜਿੱਤ ਗਿਆ। 9 ਸੀਟਾਂ ਤੇ ਪਲੱਸ 10ਵੀਂ ਮੇਰੀ ਸੀਟ, 10 ਸੀਟਾਂ ਅਸੀਂ ਜਿੱਤ ਗਏ। ਕਮੇਟੀ ਮੈਨੂੰ ਬਣਾਉਣ ਨਹੀਂ ਦਿੱਤੀ ਗਈ ਕਿਉਂਕਿ ਵਾਰ-ਵਾਰ ਇਲੈਕਸ਼ਨ ਕੈਂਸਲ ਕਰ ਦਿੱਤਾ ਗਿਆ। ਔਨ ਰਿਕਾਰਡ ਹੈ, ਤੁਸੀਂ ਲਾਸਟ ਟਾਈਮ ਦਾ ਰਿਕਾਰਡ ਕਢਾ ਲਓ। 19 ਚੋਂ 9 ਮੈਂ ਜਿੱਤਿਆ ਤੇ 10ਵੀਂ ਮੇਰੀ ਸੀ, ਸਰਕਾਰ ਸੁਖਬੀਰ ਬਾਦਲ ਦੀ ਹੁੰਦਿਆਂ ਹੋਇਆ। ਇਹਦਾ ਮਤਲਬ ਗਿੱਦੜਬਾਹਾ ਦੇ ਲੋਕ ਮੈਨੂੰ ਪਿਆਰ ਕਰਦੇ। ਫਿਰ ਧੱਕਾ ਹਬੋਰ ਤਾਂ ਹੋਇਆ ਨਹੀਂ, 49 ਸੀਟਾਂ। ਧੱਕਾ ਬਠਿੰਡੇ ਵੀ ਨਹੀਂ ਹੋਇਆ, 43 ਸੀਟਾਂ। ਧੱਕਾ ਜਿੱਥੇ ਜਲਾਲਾਬਾਦ ਕਾਗਜ਼ ਭਰਾਇਆ ਸੀ ਸੁਖਬੀਰ ਸਿੰਘ ਬਾਦਲ, ਉੱਥੇ 11 ਸੀਟਾਂ। ਮਲੋਟ ਸਭ ਤੋਂ ਨੇੜੇ ਬੈਠੇ ਹੈ, ਉੱਥੇ ਬਹੁਮਤ ਕਾਂਗਰਸ ਪਾਰਟੀ ਦੀ, ਮੁਕਤਸਰ ਬਹੁਮਤ ਕਾਂਗਰਸ ਪਾਰਟੀ ਦੀ। ਜਾਣੀ ਕਿ ਫਿਰ ਮਜੀਠੇ ਕਿਉਂ ਨਹੀਂ ਧੱਕਾ ਹੋਇਆ? ਮਜੀਠਾ ਚੁਣਾਵ ਜਿੱਤ ਚੁੱਕਿਆ ਹੈ, ਕਮੇਟੀ ਆਪਦੀ ਬਣਾ ਰਿਹਾ ਹੈ। 13 ਕਿਤੇ ਮੈਨੂੰ ਹੋਰ ਵੀ ਸਮਝ ਆਈ ਹੈ ਕਿ ਕਿਤੇ ਆਜ਼ਾਦ ਹੀ, ਕਿਤੇ ਸੁਲਤਾਨਪੁਰ ਕੇ, ਕਿਤੇ ਅਨੰਦਪੁਰ ਸਾਹਿਬ 13 ਸੀਟਾਂ ਆਜ਼ਾਦ ਉਮੀਦਵਾਰ ਜਿੱਤ ਗਏ। ਕਿਤੇ ਪੰਜਾਬ 'ਚ ਧੱਕਾ ਨਹੀਂ ਹੋਇਆ। ਫਿਰ ਮੁਕਤਸਰ 'ਚ ਕੀ ਹੋ ਗਿਆ? ਗੱਲ ਇਹ ਹੈ ਕਿ ਲੋਕ ਬਾਦਲਾਂ ਤੋਂ ਬਾਦਲ ਮੁਕਤ ਪੰਜਾਬ ਚਾਹੁੰਦੇ ਆ। ਇਹ ਗੱਲ ਹੁਣ ਕੰਧ ਤੇ ਲਿਖੀ ਪਈ ਹੈ। ਕਿਸਾਨ, ਮਜ਼ਦੂਰ, ਵਪਾਰੀ ਬਾਦਲ ਮੁਕਤ ਪੰਜਾਬ ਚਾਹੁੰਦੇ। ਸੋ ਮੇਰਾ ਵੀ ਇੱਕ ਇੱਛਾ, ਮੇਰੀ ਕੋਈ ਇਲੈਕਸ਼ਨ ਲੜ ਕੇ ਵੱਡਾ ਬੰਦਾ ਬਣਨਾ ਹੈ ਜਾਂ ਨਹੀਂ ਬਣਨਾ, ਮੇਰਾ ਇੱਕ ਹੀ ਨਤੀਜਾ ਹੈ, ਮੇਰਾ ਇੱਕ ਹੀ ਮੁੱਦਾ ਹੈ। ਔਰ ਸਾਡੇ ਕਰੈਕਟਰ 'ਚ ਇਹ ਗੱਲ ਕਿ ਬਾਦਲਾਂ ਨਾਲ ਹੀ ਲੜਾਈ ਲੜਨੀ ਹੈ। ਹੋ ਸਕਦਾ ਜਿੱਦਾਂ ਇਹ ਬਾਦਲ ਖਤਮ ਹੋ ਜਾਣ, ਬਾਦਲ ਪਰਿਵਾਰ ਦਾ ਜਿਵੇਂ ਚੁਟਾਲਿਆਂ ਦਾ ਭੋਗ ਪੈ ਗਿਆ, ਇਹਨਾਂ ਦਾ ਭੋਗ ਪੈ ਜੇ, ਤੇ ਹੋ ਸਕਦਾ ਰਾਜਾ ਵੜਿੰਗ ਸਿਆਸਤ ਹੀ ਛੱਡ ਦੇ। ਕਿਉਂਕਿ ਐਡਾ ਸੌਖਾ ਕੰਮ ਨਹੀਂ ਹੈ ਪੋਲੀਟਿਕਸ ਕਰਨਾ। ਪੋਲੀਟਿਕਸ ਕਰਨਾ ਬਹੁਤ ਔਖਾ ਕੰਮ ਹੈ। ਬੜੀਆਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਪੈਂਦਾ ਹੈ। ਸੋ ਮੇਰੀ ਤਾਂ ਰੜਕੀ ਇਹਨਾਂ ਨਾਲ ਹੈ ਜਿਨ੍ਹਾਂ ਨੇ ਪੰਜਾਬ ਨੂੰ ਖਾ ਲਿਆ। ਤੁਹਾਨੂੰ ਹੀ ਕਿਉਂ ਥਿਉਂਦਾ ਹਮੇਸ਼ਾ? ਮਤਲਬ ਤੁਹਾਨੂੰ ਬਾਦਲ ਪਰਿਵਾਰ ਹੀ ਕਿਉਂ ਥਿਉਂਦਾ ਗਾ? ਕਿਸੇ ਪਾਸੇ ਦੀ ਤੁਸੀਂ ਤੁਰੋ, ਮਤਲਬ ਤੁਹਾਡੀ ਟੱਕਰ ਮੈਂ ਉਧਰੋਂ ਵੀ ਕਹਿਣਾ ਗਾ, ਦੋਨੇ ਪਾਸਿਆਂ ਤੋਂ ਇਹ ਆ। ਸ਼ਾਇਦ ਬਾਦਲ ਪਰਿਵਾਰ ਨੂੰ ਰਾਜਾ ਵੜਿੰਗ ਜ਼ਿਆਦਾ ਭਾਉਂਦਾ ਤੇ ਰਾਜਾ ਵੜਿੰਗ ਨੂੰ ਬਾਦਲ ਪਰਿਵਾਰ ਭਾਉਂਦਾ। ਦੋਨਾਂ ਨੂੰ ਮਤਲਬ ਇੱਕ ਦੂਜੇ ਨੂੰ ਭਾਉਂਦੇ ਆ। ਤੁਸੀਂ ਦੱਸ ਸਕਦੇ ਹੋ ਬਿਹਤਰੀ, ਜਾਂ ਲੋਕ ਦੱਸ ਸਕਦੇ ਹੋ। ਤੁਸੀਂ ਪਿਛਲੀ ਸਰਕਾਰ ਦੇ ਵਿੱਚ ਮੇਰੇ ਤੇ ਕੋਈ ਗੱਲ ਨਹੀਂ ਸੀ। ਇਹਨਾਂ ਨੇ ਇੱਕ ਮਾਨਸਾ ਤੋਂ ਡਰੱਗ ਸਮਗਲਰ ਫੜ ਲਿਆ ਤੇ ਕਹਿ ਦਿੱਤਾ ਗਿਆ ਕਿ ਰਾਜਾ ਵੜਿੰਗ 2 ਲੱਖ ਰੁਪਇਆ ਇਹਨੂੰ ਇਹ ਬੰਦਾ ਦੇ ਕੇ ਗਿਆ ਸੀ ਇਲੈਕਸ਼ਨਾਂ 'ਚ।
ਤੇ 2 ਲੱਖ ਰੁਪਏ ਇਹਨੇ ਕਿਹਾ ਵੀ ਪੰਜਾਬ 'ਚ ਕਰੋ, ਹਰਿਆਣੇ 'ਚ ਕਰੋ, ਤੇ ਪੰਜਾਬ 'ਚ ਆਪਣੀ ਸਰਕਾਰ ਆ ਜਾਏਗੀ, ਫਿਰ ਕਰਾਂਗੇ। ਜਦ ਕਿ ਸਰਕਾਰ ਇਹਨਾਂ ਦੀ ਸੀ। ਐਂਡ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਜਿਹਨੂੰ ਫੜਿਆ ਸੀ ਉਹ ਵਿਚਾਰਾ ਮਹੀਨੇ ਬਾਅਦ ਹੀ ਛੁੱਟ ਗਿਆ। ਤੇ ਜਦੋਂ ਮੈਨੂੰ ਕਿਸੇ ਨੇ ਉਹ ਕੋਈ ਬੰਦਾ ਗਾਂਹ ਦੀ ਗਾਂਹ ਪੁੱਛ ਕੇ, ਮੈਂ ਕਿਹਾ ਵੀ ਇਹ ਛੁੱਟ ਕਿਵੇਂ ਗਿਆ, ਇਹ ਤਾਂ ਬਹੁਤ ਵੱਡਾ ਵਪਾਰੀ ਸੀ, ਨਸ਼ੇ ਦਾ ਸੌਦਾਗਰ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀ। ਉਹ ਕਹਿੰਦੇ ਨਹੀਂ, ਉਹ ਸਾਰਾ ਵੀਡੀਓ ਕੈਮਰੇ 'ਚ CCTV 'ਚ ਫੁਟੇਜ ਆ ਗਈ, ਜਿੱਥੋਂ ਦਿਖਾਇਆ ਗਿਆ ਸੀ ਉੱਥੋਂ ਫੜਿਆ ਹੀ ਨਹੀਂ, ਕੁਝ ਫੜਿਆ ਹੀ ਨਹੀਂ ਗਿਆ ਸੀ, ਤੇ ਉਹਨੂੰ ਹਾਈ ਕੋਰਟ ਨੇ ਛੱਡਤਾ। ਅਲਟੀਮੇਟਲੀ ਉਦੋਂ ਇਹ ਸੀ, ਉਦੋਂ ਮਜੀਠੀਏ ਤੇ ਬੜਾ ਵੱਡਾ ਇਲਜ਼ਾਮ ਲੱਗਦਾ ਸੀਗਾ, ਜਦੋਂ ਨਾਲ ਦੀ ਨਾਲ ਕਲੀਨ ਚਿੱਟ ਦੇ ਦਿੱਤੀ ਗਈ ਸੀ। ਭੋਲੇ ਨੇ ਜਿਉਂਦੇ ਜਾਗਦੇ ਨੇ ਕਿਹਾ ਸੀ ਕਿ ਮੈਂ ਤਾਂ ਇੱਕ ਛੋਟੀ ਜਿਹੀ ਮੱਛੀ ਹੈ, ਜਿਹੜਾ ਇਹਦੇ ਪਿੱਛੇ ਵੱਡਾ ਤਸਕਰ ਹੈ। ਉਹਨੂੰ ਕਲੀਨ ਚਿੱਟ ਦੇਣ ਦੀ ਬਜਾਏ ਰਾਜੇ ਵੜਿੰਗ ਨੂੰ ਗੰਦਾ ਕਰਨਾ ਸੀਗਾ, ਕਿਉਂਕਿ ਰਾਜਾ ਵੜਿੰਗ ਫੇਰ ਉਹਨਾਂ ਦੇ ਇਲਾਕੇ 'ਚ ਘੁੰਮਦਾ ਸੀ। ਗਿੱਦੜਬਾਜ਼ ਜੀ ਨੂੰ ਉਹ 5 ਵਾਰੀ ਮੁੱਖ ਮੰਤਰੀ ਬਾਦਲ ਸਾਹਿਬ ਆਪ ਲੜੇ ਹੋਣ, ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਸੀਟ ਹੈ। ਤੇ ਮੈਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆ ਹੈ, ਸਵਾਦ ਹੀ ਨਹੀਂ ਆਉਂਦਾ ਛੋਟੇ ਨਾਲ ਲੜਨ ਦਾ। ਲੜ ਕੇ ਭਾਵੇਂ ਹਾਰ ਜਾਓ, ਲੜ ਕੇ ਭਾਵੇਂ ਹਾਰ ਜਾਓ, ਲੇਕਿਨ ਸਵਾਦ ਆਉਂਦਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਹੀ ਚੁਣਾਵ ਲੜੇ। ਔਰ ਮੈਂ ਬੇਨਤੀ ਕਰਾਂਗਾ ਕਿ ਵੱਡੀ ਚੁਣਾਵ ਹੈ ਔਰ ਸੁਖਬੀਰ ਸਿੰਘ ਬਾਦਲ ਆਪਦੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਪੇਸ਼ ਕਰਦਾ, ਲੜਨਾ ਚਾਹੀਦਾ ਉਹਨੂੰ ਗਿੱਦੜਵੇ ਤੋਂ। ਮੈਂ ਵਾਰ-ਵਾਰ ਇਹ ਗੱਲ ਕਹਿੰਦਾ, ਲੰਬੀ ਨਹੀਂ ਜਾਣਾ ਚਾਹੀਦਾ, ਕਿਉਂਕਿ ਐਤਕੀ ਸੰਭਾਵਨਾ ਤਾਂ ਉਹਨਾਂ ਦੇ ਲੰਬੀ ਜਾਣ ਦੀ ਹੈ ਨਾ। ਜਲਾਲਾਬਾਦ ਤਾਂ ਉਹ ਸ਼ਾਇਦ ਹੀ ਜਾਣ, ਤੁਸੀਂ ਕਹਿੰਦੇ ਵੀ ਗਿੱਦੜਬਾਹਾ ਆ ਜਾਣਾ ਚਾਹੀਦਾ। ਲੰਬੀ ਤੋਂ ਤਾਂ ਬਾਦਲ ਸਾਹਿਬ ਬੈਠੇ ਆ ਬਈ, ਇਹ ਜੀ ਕਿਆਸ ਆ। 100% ਮੈਂ ਚਾਹੁੰਦਾ ਹੈ ਕਿ ਗਿੱਦੜਬਾਹਾ ਤੋਂ ਚੁਣਾਵ ਲੜਨ। ਦੇਖੋ, ਇੰਨੇ ਝੂਠੇ ਆਦਮੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕੀਤੀ, ਜਿਹੜੇ 10 ਦਿਨ ਪਹਿਲਾਂ ਕਹਿੰਦੇ ਸੀ ਕਿ ਬਿੱਲ ਬਹੁਤ ਅੱਛੇ ਨੇ, ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਫਿਰ 1 ਮਿੰਟ 'ਚ ਯੂ ਟਰਨ ਮਾਰਿਆ ਕਿ ਬਿੱਲ ਬਹੁਤ ਮਾੜੇ ਨੇ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਅੱਜ ਵੀ ਸੈਂਟਰ ਸਿਕਿਉਰਿਟੀ ਜਿਹੜੀਆਂ ਫੋਰਸਿਸ ਦੀਆਂ ਜਿਹੜੀਆਂ ਸਿਕਿਉਰਿਟੀ ਹੈ ਉਹ ਇਹਨਾਂ ਕੋਲੇ ਹੈ, ਇਹਨਾਂ ਕੋਲੇ ਉਹੀ ਚਾਮਦਾਮ ਹੈ, ਇਹਨਾਂ ਕੋਲੇ ਉਹੀ ਗੱਡੀਆਂ ਨੇ, ਉਹੀ ਸਿਕਿਉਰਿਟੀ ਹੈ, ਆਲਰੇਡੀ ਮਿਲੇ ਹੋਏ ਹੈ ਨਰਿੰਦਰ ਮੋਦੀ ਨਾਲ। ਰੋਜ਼ਾਨਾ ਇਹਨਾਂ ਦੀਆਂ ਬੈਠਕਾਂ ਆਉਂਦੀਆਂ। ਕਿਉਂ ਇਹਨਾਂ ਨੂੰ ਕੀ ਖਤਰਾ? ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਕੋਈ ਖਤਰਾ ਨਹੀਂ ਗਾ, ਉਹ ਪੰਜਾਬ ਸਿਕਿਉਰਿਟੀ ਰੱਖ ਰਿਹਾ ਹੈ, ਇਹਨਾਂ ਨੂੰ ਕੀ ਖਤਰਾ ਕਿ ਇਹਨਾਂ ਨੇ CISF ਰੱਖੀ ਦੀ ਹੈ? ਉਹ ਕਿਉਂ? ਕਿਉਂਕਿ ਸੈਂਟਰ ਇੱਕ ਮੁੱਠ ਇਹਨਾਂ ਦੇ ਨਾਲ ਇਕੱਠੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਬਾਦਲਾਂ ਦਾ ਜਿਹੜਾ ਫਾਤਿਆ ਉਹ ਪੜਿਆ ਗਿਆ ਹੈ। 2022 ਨੇੜੇ ਹੀ ਆ, ਕੋਈ ਬਹੁਤਾ ਦੂਰ ਨਹੀਂ। ਇਲੈਕਸ਼ਨ ਦਾ ਸਾਲ ਹੈ ਜਿਹੜਾ, ਉਹ ਸ਼ੁਰੂ ਹੋ ਹੀ ਚੁੱਕਿਆ ਗਾ। ਕਿਵੇਂ ਲੱਗਦਾ ਗਾ? ਜੇ ਆਹ ਇਲੈਕਸ਼ਨ ਨੂੰ ਦੇਖ ਗਏ ਤਾਂ ਫਿਰ ਤਾਂ ਕੋਈ ਵੀ ਕਹੂਗਾ ਵੀ ਤੁਸੀਂ ਰਿਪੀਟ ਕਰ ਰਹੇ ਹੋ, ਪਰ ਮਾਹੌਲ ਤਾਂ ਵੱਖਰਾ ਹੋਊਗਾ ਨਾ। 22 ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਉਹ ਪੁਰਾਣੀਆਂ ਬੁੜੀਆਂ ਨਾ, ਜਿਹੜੀਆਂ ਸੀ ਪੁਰਾਣੇ ਬਜ਼ੁਰਗ, ਉਹ ਠੰਡੀ ਹਵਾ ਨੂੰ ਵੇਖ ਕੇ ਚੁੱਲ੍ਹੇ ਢੱਕਣ ਲੱਗ ਪੈਂਦੇ ਸੀ। ਕਹਿੰਦੇ ਵੀ ਚੁੱਲ੍ਹੇ ਢੱਕ ਦਿਓ, ਤੰਦੂਰ ਢੱਕ ਦਿਓ, ਕੱਪੜੇ ਚੱਕ ਲਓ। ਤੇ ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਵੀ ਠੰਡੀ ਹਵਾ ਵਗਦੀ ਹੈ ਤੇ ਬਾਰਿਸ਼ ਹੋਣ ਵਾਲੀ ਹੈ। ਸੋ 2022 ਦੀਆਂ ਚੋਣਾਂ, ਕਿਉਂਕਿ 4 ਸਾਲਾਂ ਦੀ ਐਂਟੀ ਇਨਕੰਬੈਂਸੀ, 4.25 ਸਾਲ ਦੀ, ਫਰਵਰੀ 'ਚ ਦੁਬਾਰੇ ਇਲੈਕਸ਼ਨ ਹੈ, ਸਾਲ ਰਹਿ ਗਿਆ। 4 ਸਾਲਾਂ ਦੀ ਐਂਟੀ ਇਨਕੰਬੈਂਸੀ ਤੇ ਕਿਤੇ ਨਾ ਕਿਤੇ ਤਾਂ ਮੋਰਚਾ ਅਕਾਲੀ ਦਲ ਨੇ ਮਾਰਨਾ ਸੀ ਜੇ ਉਹਨਾਂ ਦੀ ਲੋਕਪ੍ਰਿਯਤਾ ਹੁੰਦੀ। ਉਹ ਤਾਂ ਆਪਦੀ ਹੋਂਦ ਬਚਾਉਣ ਦੇ ਮਾਰੇ ਇਹ ਜਿਹੜੀਆਂ ਵੋਟਾਂ ਪਈਆਂ ਵੀ ਹੈ ਨਾ ਭਾਈ ਸਾਹਿਬ, ਇਹ ਇਸ ਕਰਕੇ ਪੈ ਗਈਆਂ ਕਿਉਂਕਿ ਵਾਰਡ ਦੇ ਵਿੱਚ ਜਿਹੜਾ ਬੰਦਾ ਖੜਾ ਹੁੰਦਾ ਹੈ, ਬੇਸ਼ੱਕ ਉਹ ਕਾਂਗਰਸ ਨੇ ਖੜਾ, ਬੇਸ਼ੱਕ ਅਕਾਲੀਆਂ ਨੇ, ਉਹਨਾਂ ਦੀ ਲਾਈਕਿੰਗ ਡਿਸਲਾਈਕਿੰਗ ਹੁੰਦੀ ਹੈ। ਕਈ ਕਾਂਗਰਸੀ ਵੀ ਦੂਜੇ ਬੰਦੇ ਨੂੰ ਵੋਟ ਪਾ ਦਿੰਦੇ, ਉਹਦਾ ਰੀਜ਼ਨ ਹੁੰਦਾ ਕਿ ਉਹ ਉਸ ਪਰਸਨਲ ਬੰਦੇ ਨੂੰ ਲਾਈਕ ਨਹੀਂ ਕਰਦੇ ਹੁੰਦੇ, ਜਾਂ ਉੱਥੇ 2 ਵਾਰੀ ਚੁਣਾਵ ਜਿੱਤ ਗਿਆ ਹੁੰਦਾ, ਉਹਨੂੰ ਲਾਈਕ ਨਹੀਂ। ਇਦੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਵੋਟਾਂ ਲਏਗੀ, ਕਿਉਂਕਿ ਇਹ ਛੋਟੀਆਂ ਚੋਣਾਂ 'ਚ ਲਾਈਕਿੰਗ ਡਿਸਲਾਈਕਿੰਗ। ਹੁਣ ਜਿੰਨੇ ਆਜ਼ਾਦ ਬੰਦੇ ਖੜੇ ਹੋਏ, ਕਈ ਇਹ ਵੀ ਖੜੇ ਹੋਏ ਕਿ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਉਹਨਾਂ ਨੂੰ, ਕਈ ਥਾਂ 'ਤੇ ਉਹ ਆਜ਼ਾਦ ਵੀ ਜਿੱਤੇ, ਕਈ ਉਹਨਾਂ ਨੇ ਮੁਕਾਬਲਾ ਕੀਤਾ, ਅਕਾਲੀ ਦਲ ਤਾਂ ਚੌਥੇ ਨੰਬਰ 'ਤੇ। ਸੋ ਇਹ ਸੈਮੀ ਫਾਈਨਲ ਹੈ ਔਰ ਮੈਂ ਕਹਿ ਸਕਦਾ ਕਿ ਬਾਰਿਸ਼ ਹੋਣ ਵਾਲੀ ਹੈ। ਮੈਂ ਕਹਿ ਸਕਦਾ ਕਿ ਬਾਦਲਾਂ ਦਾ ਮੈਨੂੰ ਨਹੀਂ ਪਤਾ ਕੀ ਹੋਣ ਵਾਲਾ ਹੈ, ਮੈਨੂੰ ਨਹੀਂ ਪਤਾ ਕੀ ਹੋਣਾ 2022 'ਚ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਔਨ ਰਿਕਾਰਡ ਔਨ ਤੁਹਾਡੇ TV ਚੈਨਲ 'ਤੇ ਕਿ ਬਾਦਲਾਂ ਦਾ ਸਿਸਟਮ ਲੋਕਾਂ ਨੇ ਬੰਦ ਕਰਨ ਦਾ ਵਿਚਾਰ ਮੁਕੰਮਲ ਤੌਰ 'ਤੇ ਬਣਾ ਲਿਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ। ਬਹੁਤ ਧੰਨਵਾਦ ਜੀ ਸਿਵਿਆ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ। ਇਹ ਸਨ ਰਾਜਾ ਵੜਿੰਗ, ਗੱਲਬਾਤ ਕਰ ਰਹੇ ਸੀ 2022 ਨੂੰ ਲੈ ਕੇ। 22 ਨੇੜੇ ਆ ਹੁਣ, ਬਹੁਤੀ ਦੂਰ ਤਾਂ ਨਹੀਂ, ਤੇ ਪਰ ਹਰ ਚੀਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ, ਤੁਹਾਨੂੰ ਦੱਸਾਂਗੇ, ਹਰ ਕਿਸੇ ਦੀ ਇੰਟਰਵਿਊ ਦੇ ਜ਼ਰੀਏ ਸਮਝਾਵਾਂਗੇ ਕਿ ਲੀਡਰ ਕੀ ਸੋਚਦੇ ਆ 2022 ਨੂੰ ਲੈ ਕੇ। ਜੁੜੇ ਰਹੋ ਅੱਖਰ ਦੇ ਨਾਲ।